ਵਿਰਾਸਤ ਟੀਵੀ ਦੇ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਕੁਝ ਪਲ ਕਿਤਾਬ ਦੇ ਨਾਲ। ਆਪ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਤੇ ਅਰਦਾਸ ਕਰਦਾ ਜਿੱਥੇ ਕਿਤੇ ਹੋਵੋ ਪ੍ਰਮਾਤਮਾ ਅਕਾਲ ਪੁਰਖ ਅੱਲਾਹ ਤਾਲਾ ਦੇ ਭਾਣੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ। ਦੋਸਤੋ, ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਖਾਸ ਕਿਤਾਬ ਤੁਹਾਡੇ ਰੂਬਰੂ ਕਰਦੇ ਹੁੰਦੇ ਹਾਂ। ਕਿਤਾਬਾਂ ਸਾਰੀਆਂ ਖਾਸ ਹੁੰਦੀਆਂ ਨੇ ਕਿਉਂਕਿ ਜਦੋਂ ਉਹਨਾਂ ਦੀ ਸਿਰਜਣਾ ਕੀਤੀ ਜਾਂਦੀ ਹੈ ਨਾ, ਤੇ ਸਾਹਿਤਕਾਰ ਜਿਹੜਾ ਹੁੰਦਾ ਆ ਕੁਝ ਨਾ ਕੁਝ ਖਾਸ ਉਹਦੇ ਦਿਮਾਗ ਦੇ ਵਿੱਚ ਆਉਂਦਾ ਹੈ ਤੇ ਉਹ ਲਿਖਦਾ ਆ। ਖੈਰ, ਵੱਖ-ਵੱਖ ਵਿਸ਼ੇ ਨੇ ਕਿਤਾਬਾਂ ਦੇ। ਕੁਝ ਧਾਰਮਿਕ ਸਾਹਿਤ ਹੈ, ਇਤਿਹਾਸਕ ਸਾਹਿਤ ਹੁੰਦਾ ਆ, ਰੋਮਾਂਟਿਕ ਰੋਮਾਂਸਵਾਦੀ ਸਾਹਿਤ ਹੁੰਦਾ ਆ, ਵਿਗਿਆਨਕ ਸਾਹਿਤ ਹੁੰਦਾ ਆ। ਵੱਖ-ਵੱਖ ਸਿਨਫਾਂ ਜਿਹੜੀਆਂ ਨੇ ਉਹ ਅਸੀਂ ਆਪ ਜੀ ਦੇ ਰੂਬਰੂ ਕਰਦੇ ਹਾਂ। ਸੋ ਅੱਜ ਜਿਹੜੀ ਖਾਸ ਤੌਰ 'ਤੇ ਕਿਤਾਬ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ, ਇਹ ਧਾਰਮਿਕ ਸਾਹਿਤ ਦਾ ਹਿੱਸਾ ਆ, ਜਾਂ ਇਹਨੂੰ ਸਿੱਖ ਸਾਹਿਤ ਦਾ ਹਿੱਸਾ ਜਾਂ ਸਿੱਖ ਇਤਿਹਾਸ ਦਾ ਹਿੱਸਾ ਵੀ ਮੰਨਿਆ ਜਾ ਸਕਦਾ ਹੈ। ਦਰਅਸਲ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕ ਬੜੀ ਪਿਆਰੀ ਪੰਕਤੀ ਹੈ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਔਰ ਕਿਤਾਬ ਦਾ ਨਾਮ ਸਿੱਖ ਸਿਦਕ ਨਾ ਹਾਰੇ ਹੈ। ਅਤੇ ਕਿਤਾਬ ਦੇ ਲੇਖਕ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਨਾ, ਅਤੇ ਪੂਰੇ ਵਿਸ਼ਵ ਦੇ ਵਿੱਚ, ਪੂਰੇ ਸੰਸਾਰ ਪੱਧਰ 'ਤੇ ਅਸੀਂ ਗੱਲ ਕਰੀਏ, ਕੋਈ ਵੀ ਸਿੱਖ ਜਿੱਥੇ 2 ਸਿੱਖ 4 ਸਿੱਖ ਇਕੱਠੇ ਹੋਣਗੇ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਹੈ। ਸੋ ਪੂਰੇ ਵਿਸ਼ਵ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਸਥਾਪਿਤ ਨੇ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਨੇ ਜਾਂ ਲੋਕਲ ਕਮੇਟੀਆਂ ਦੇ ਅਧੀਨ ਨੇ, ਉੱਥੇ ਜਦੋਂ ਰੋਜ਼ਾਨਾ ਅੰਮ੍ਰਿਤ ਵੇਲੇ ਮੁਖਵਾਕ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੁੰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਅਤੇ ਉਹ ਜਿਹੜਾ ਬਾਹਰ ਹੁਕਮਨਾਮੇ ਵਾਲੀ ਤਖਤੀ ਉੱਤੇ ਉਹ ਹੁਕਮਨਾਮਾ ਲਿਖਿਆ ਹੁੰਦਾ ਆ, ਔਰ ਉਸ ਸੰਬੰਧਿਤ ਸ਼ਬਦ ਦੀ ਵਿਚਾਰ, ਉਹਦੇ ਭਾਵ ਅਰਥ ਉਹ ਥੱਲੇ ਲਿਖੇ ਹੁੰਦੇ ਆ। ਦਰਅਸਲ ਉਹ ਭਾਵ ਅਰਥ, ਉਹ ਸ਼ਬਦਾਰਥ, ਉਹ ਟੀਕਾ ਕਰਨ ਵਾਲੀ ਸ਼ਖਸੀਅਤ ਜਿਹਨੇ ਗੁਰਬਾਣੀ ਵਿਆਕਰਣ ਦੇ ਉੱਤੇ ਬਹੁਤ ਕੰਮ ਕੀਤਾ, ਮੇਰੇ ਕਹਿਣ ਤੋਂ ਭਾਵ ਪ੍ਰੋਫੈਸਰ ਸਾਹਿਬ ਸਿੰਘ ਜੀ, ਜੋ ਕਿ ਆਪ ਇੱਕ ਹਿੰਦੂ ਪਰਿਵਾਰ ਦੇ ਵਿੱਚੋਂ ਜਨਮੇ ਸੀ, ਔਰ ਐਸਾ ਪ੍ਰਭਾਵ ਸਿੱਖ ਮੱਤ ਦਾ ਉਹਨਾਂ ਉੱਤੇ ਪਿਆ, ਔਰ ਗੁਰਬਾਣੀ ਦੇ ਵਿੱਚੋਂ ਗੁਰਬਾਣੀ ਦੀ ਵਿਆਕਰਣ ਉਹਨਾਂ ਨੇ ਤਿਆਰ ਕੀਤੀ। ਸੋ ਐਸੀ ਅਜ਼ੀਮ ਸਿੱਖ ਸ਼ਖਸੀਅਤ ਦੇ ਵੱਲੋਂ ਲਿਖੀ ਹੋਈ ਇਹ ਕਿਤਾਬ ਸਿੱਖ ਸਿਦਕ ਨਹਾਰੇ। ਸਿੱਖ ਸਿਦਕ ਨਹਾਰੇ ਤਕਰੀਬਨ 128 ਪੰਨਿਆਂ ਦੀ ਕਿਤਾਬ ਹੈ, ਔਰ ਇਹਨੂੰ ਸਿੰਘ ਬ੍ਰਦਰਸ ਅੰਮ੍ਰਿਤਸਰ ਨੇ ਛਾਪਿਆ ਹੈ। ਅਤੇ ਇਸ ਕਿਤਾਬ ਦੇ ਵਿੱਚ 10 ਵਿਸ਼ੇ ਨੇ, ਔਰ 10 ਵਿਸ਼ਿਆਂ ਦੇ ਵਿੱਚੋਂ ਬਹੁਤ ਸਾਰੀਆਂ ਐਸੀਆਂ ਮਨੌਤਾਂ ਜਿਹੜੀਆਂ ਸੀ ਨਾ ਪ੍ਰਚਲਿਤ ਹੋ ਗਈਆਂ। ਖਾਸ ਤੌਰ 'ਤੇ ਉਹ ਟੀਕਾਕਾਰਾਂ ਨੇ ਜਾਂ ਉਹ ਇਤਿਹਾਸਕਾਰਾਂ ਨੇ ਜਿਨ੍ਹਾਂ ਨੇ ਗੁਰਬਾਣੀ ਦਾ ਗੁਹਜ ਸਮਝਣ ਦੀ ਥਾਂ ਆਸਰਾ ਲਿਆ ਕੇਵਲ ਅਤੇ ਕੇਵਲ ਮਿਥਿਹਾਸਕ ਸਾਖੀਆਂ ਦਾ, ਆਸਰਾ ਲਿਆ ਹੋਰ ਅਨਮਤੀ ਗ੍ਰੰਥਾਂ ਦਾ, ਕਿ ਉਹਦੇ ਵਿੱਚ ਸਾਖੀ ਨੂੰ ਜਾਂ ਕਥਾ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਆ ਉਹ ਕਲਮਬੱਧ ਕੀਤਾ ਜਾਂਦਾ ਹੈ, ਅਤੇ ਉਸ ਢੰਗ ਦੇ ਨਾਲ ਬਹੁਤ ਸਾਰੀਆਂ ਅਨਮਤੀ, ਕਰਮਕਾਂਡੀ ਅਤੇ ਗੈਰ ਸਿਧਾਂਤਕ, ਕਿਉਂਕਿ ਜਦੋਂ ਉਹ ਸਾਖੀ ਨੂੰ ਅਸੀਂ ਪੜ੍ਹਦੇ ਹਾਂ ਅਤੇ ਜਦੋਂ ਅਸੀਂ ਗੁਰਬਾਣੀ ਨੂੰ ਵਿਚਾਰਦੇ ਹਾਂ ਤਾਂ ਪਤਾ ਲੱਗਦਾ ਯਾਰ ਇਸ ਤਰ੍ਹਾਂ ਨਹੀਂ ਹੋ ਸਕਦਾ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਇਹ ਹੈ, ਅਤੇ ਇਹ ਜੋ ਸਾਖੀ ਸਾਨੂੰ ਸੁਣਾਈ ਜਾ ਰਹੀ ਹੈ ਇਹ ਕਸਵੱਟੀ ਉੱਤੇ ਖਰੇ ਨਹੀਂ ਉਤਰਦੀ। ਸੋ ਕਿਤਾਬ ਦੇ ਵਿੱਚ 10 ਵਿਸ਼ੇ ਨੇ। 10 ਵਿਸ਼ਿਆਂ ਦੇ ਵਿੱਚ ਇੱਕ ਵਿਸ਼ਾ ਐਸਾ ਵੀ ਹੈਗਾ ਆ ਜਿਹਦੇ ਵਿੱਚ ਉਹਨਾਂ ਨੇ ਆਪਣੀ ਸੰਖੇਪ ਜੀਵਨੀ ਜਿਹੜੀ ਹੈ ਦੱਸੀ ਹੈ, ਆਪਣੀ ਵਿੱਦਿਅਕ ਯੋਗਤਾ, ਪਰਿਵਾਰ ਦੇ ਹਾਲਾਤ ਕਿਹੋ ਜਿਹੇ ਸੀਗੇ, ਅਤੇ ਬਹੁਤ ਕੁਝ ਜਿਹੜਾ ਉਹਨਾਂ ਨੇ ਨਿੱਜੀ ਜ਼ਿੰਦਗੀ ਦੇ ਵਿੱਚ ਹੰਡਾਇਆ, ਕਿਵੇਂ ਗੁਰਬਾਣੀ ਵਿਆਕਰਣ ਦੇ ਨਾਲ ਉਹਨਾਂ ਦਾ ਸੰਬੰਧ ਬਣਿਆ, ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਉੱਤੇ ਬਖਸ਼ਿਸ਼ ਕੀਤੀ, ਅਤੇ ਕਿਵੇਂ ਕਿਵੇਂ ਕਰਦੇ ਹੋਇਆਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ, ਖਾਲਸਾ ਕਾਲਜ ਦੇ ਵਿੱਚ, ਵੱਖ-ਵੱਖ ਥਾਈਂ ਉਹਨਾਂ ਨੇ ਜਿਹੜੀਆਂ ਆਪਣੀਆਂ ਭੂਮਿਕਾ ਨਿਭਾਈਆਂ। ਸਿੱਖ ਸਿਦਕ ਨਹਾਰੇ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਦੀ ਲਿਖੀ ਹੋਈ ਕਿਤਾਬ, ਇਹ ਪਹਿਲੀ ਵਾਰੀ ਸਾਲ 1962 ਵਿੱਚ ਛਪੀ ਸੀ, ਅਤੇ ਜਿਹੜਾ ਐਡੀਸ਼ਨ ਮੈਂ ਪੜ੍ਹਿਆ ਸੀ ਇਸ ਰਿਵਿਊ ਨੂੰ ਕਰਨ ਵਾਸਤੇ, ਇਹ ਸਾਲ 2005 ਵਿੱਚ ਛਪਿਆ ਸੀਗਾ। ਸੋ ਜੀਵਨ ਫਲਸਫਾ ਨਾਂ ਥੱਲੇ ਜਿਹੜਾ ਸਿਰਲੇਖ ਹੈ ਉਹਦੇ ਵਿੱਚ ਪ੍ਰੋਫੈਸਰ ਸਾਹਿਬ ਨੇ ਆਪਣੀ ਜੀਵਨੀ ਜਿਹੜੀ ਹੈ ਕਾਫੀ ਕੁਝ ਐਸੀਆਂ ਰੋਮਾਂਚਕ ਘਟਨਾਵਾਂ, ਦੇਖੋ ਇੱਕ ਹਿੰਦੂ ਪਰਿਵਾਰ ਦੇ ਵਿੱਚ ਜਨਮ ਲੈਣਾ ਔਰ ਉਹਦੇ ਬਾਵਜੂਦ ਸਿੱਖ ਸਿਧਾਂਤਾਂ ਤੋਂ ਪਰਨਾਏ ਜਾਣਾ, ਔਰ ਗੁਰਬਾਣੀ ਦੀ ਵਿਆਖਿਆਕਾਰ ਦੇ ਤੌਰ 'ਤੇ ਬਹੁਤ ਪ੍ਰਸਿੱਧੀ ਹਾਸਲ ਕਰਨੀ, ਇਹਨੂੰ ਰੱਬੀ ਬਖਸ਼ਿਸ਼ ਕਿਹਾ ਜਾ ਸਕਦਾ ਹੈ। ਔਰ ਜਿਹੜਾ ਪਹਿਲਾ ਟੌਪਿਕ ਹੈ, ਪਹਿਲਾ ਵਿਸ਼ਾ ਆ ਸਿਰਲੇਖ ਦੇ ਵਿੱਚ, ਉਹ ਸਿੱਖ ਸਿਦਕ ਨਹਾਰੇ, ਇਸ ਵਾਸਤੇ ਇੱਕ ਤਾਂ ਕਿਤਾਬ ਦਾ ਟਾਈਟਲ ਹੈ। ਦੂਜੇ ਨੰਬਰ 'ਤੇ ਉਹਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਜਦੋਂ ਸਾਖੀਕਾਰਾਂ ਨੇ ਉਹਨਾਂ ਦਾ ਜੀਵਨ ਲਿਖਿਆ, ਅਤੇ ਉਹਨਾਂ ਨੂੰ ਇੱਕ
ਹੰਕਾਰਿਆ ਹੋਇਆ ਮਨੁੱਖ ਵਿਖਾਉਣ ਦੀ ਕੋਸ਼ਿਸ਼ ਕੀਤੀ। ਸੋ ਉਹਨੂੰ ਪੂਰੀ ਤਰ੍ਹਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਰੱਦ ਕਰਕੇ ਭਾਈ ਗੁਰਦਾਸ ਜੀ ਦੀ ਸ਼ਖਸੀਅਤ ਨੂੰ ਨਿਖਾਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਇਤਿਹਾਸਕਾਰਾਂ ਨੇ ਅਣਜਾਣਪੁਣੇ ਦੇ ਵਿੱਚ ਜਾਂ ਕਿਸੇ ਅਨਮਤੀ ਪ੍ਰਭਾਵ ਦੇ ਥੱਲੇ ਉਹਨਾਂ ਦੀ ਸ਼ਖਸੀਅਤ ਨੂੰ ਝੁਠਲਾਉਣ ਦੀ ਕੋਸ਼ਿਸ਼ ਕੀਤੀ ਸੀ। ਉਹ ਸਾਰਾ ਬਿਰਤਾਂਤ ਕਿ ਵੱਖ-ਵੱਖ ਚਾਹੇ ਗਿਆਨੀ ਗਿਆਨ ਸਿੰਘ ਦੀ ਸਿੱਖ ਤਵਾਰੀਖ ਹੈ, ਗੁਰੂ ਖਾਲਸਾ ਤਵਾਰੀਖ ਹੈ, ਉਹਨੂੰ ਰੱਦ ਕਰਕੇ ਭਾਈ ਗੁਰਦਾਸ ਜੀ ਨੇ ਗੁਰਮਤਿ ਦੇ ਸਿਧਾਂਤ ਨੂੰ ਹੋਰ ਸਪਸ਼ਟ ਕਰਕੇ ਪਾਠਕਾਂ ਦੀ ਝੋਲੀ ਪਾਇਆ। ਇਹਦੇ ਨਾਲ ਹੀ ਜੀਵਨ ਦੀ ਗੱਲ ਕਿ ਜ਼ਿੰਦਗੀ ਸਾਡੀ ਕਿੰਨੀ ਅਮੋਲ ਹੈਗੀ ਹੈ, ਕਿਵੇਂ ਉਹਨੂੰ ਅਸੀਂ ਕਰ ਸਕਦੇ ਹਾਂ। ਫਿਰ ਭਗਤ ਕਬੀਰ ਜੀ ਦੇ ਨਾਲ ਜੁੜੀਆਂ ਹੋਈਆਂ, ਭਗਤ ਸਦਨਾ ਜੀ ਦੇ ਨਾਲ ਜੁੜੀਆਂ ਹੋਈਆਂ ਕੁਝ ਤੇ ਮੁਸਲਮਾਨ ਭਾਈਚਾਰੇ ਦੇ ਨਾਲ ਵਕਤ ਨਾ ਪਾਇਓ ਕਾਦੀਆਂ ਦਾ ਮਤਲਬ ਕੀ ਸੀਗਾ। ਕਹਿੰਦੇ ਮੁਸਲਮਾਨ ਵੀਰ ਦੋ ਨੌਜਵਾਨ ਮੇਰੇ ਕੋਲ ਪਹੁੰਚੇ ਔਰ ਇਸ ਪੰਕਤੀ ਉੱਤੇ ਗਲਤ ਫਹਿਮੀ, ਕਿਉਂਕਿ ਸ਼ਬਦਾਂ ਦੇ ਅਰਥ ਕਰਨ ਲੱਗੇ ਆ ਕੇਵਲ ਦੋ ਪੰਕਤੀਆਂ ਦਾ ਸਹਾਰਾ ਲੈ ਲੈਣਾ ਤੇ ਉਹਦੇ ਨਾਲ ਵੱਡੀ ਸਮੱਸਿਆ ਇਹ ਪੈਦਾ ਹੁੰਦੀ ਹੈ ਕਿ ਉਹ ਅਰਥ ਦੇ ਅਨਰਥ ਹੋ ਜਾਂਦੇ ਆ। ਪਿਛਲੇ ਪਾਸੇ ਕੀ ਸੰਕਲਪ ਚੱਲ ਰਿਹਾ ਸੀ, ਕੀ ਕਨਸੈਪਟ ਚੱਲ ਰਿਹਾ ਸੀਗਾ ਔਰ ਉਹਦੇ ਅਗਲਾ ਹਿੱਸਾ ਕੀ ਹੈ, ਉਹਨੂੰ ਛੱਡ ਕੇ ਵਿੱਚੋਂ ਇੱਕ ਪੰਕਤੀ ਨੂੰ ਚੁੱਕ ਲੈਣਾ ਤੇ ਆਪਣੀ ਗੱਲ ਸਹੀ ਸਾਬਤ ਕਰਨ ਦਾ ਯਤਨ ਕਰਨਾ, ਇਹ ਇੱਕ ਬੇਹੂਦਾਪਣ ਕਿਹਾ ਜਾ ਸਕਦਾ ਆ। ਇਹਦੇ ਵਿੱਚ ਸਿਆਣਪ ਕੋਈ ਨਹੀਂ, ਕਿਉਂਕਿ ਸੰਦਰਭ ਦੇਖਣਾ ਪੈਂਦਾ ਕਿ ਪਿਛਲੇ ਸ਼ਬਦ ਵਿੱਚ ਗੁਰੂ ਪਾਤਸ਼ਾਹ ਕੀ ਗੱਲ ਕਰ ਰਹੇ ਸੀ ਤੇ ਉਹਨੂੰ ਕਿਵੇਂ ਅੱਗੇ ਜਾ ਕੇ ਐਕਸਪਲੇਨ ਕਰ ਰਹੇ ਆ। ਸੋ ਵਕਤ ਨਾ ਪਾਇਓ ਕਾਦੀਆਂ ਹੈ ਜੀ, ਮਾਂ ਦੇ ਗਿਲੇ ਕਿ ਸਤਸੰਗ ਦੀ ਵਡਿਆਈ ਭਗਤ ਕਬੀਰ ਜੀ ਦੇ ਨਾਲ ਜੁੜਿਆ ਹੋਇਆ। ਔਰ ਇਸ ਤਰ੍ਹਾਂ ਭਗਤ ਕਬੀਰ ਜੀ ਦਾ ਆਪਣੀ ਵਹੁਟੀ ਦੇ ਨਾਲ ਜਿਹੜਾ ਰੁਸੇਵਾ ਸੀ ਨਾ, ਇੱਕ ਬੜੀ ਸਾਡੇ ਸਾਖੀ ਪ੍ਰਚਲਿਤ ਹੈ। ਉਹਨੂੰ ਗੁਰਮਤਿ ਸਿਧਾਂਤਾਂ ਦੀ ਕਸਵੱਟੀ ਉੱਤੇ, ਉਹਨੂੰ ਸ਼ਬਦ ਬ੍ਰਹਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਉੱਤੇ ਲਾ ਕੇ ਬਹੁਤ ਹੀ ਖੂਬਸੂਰਤੀ ਦੇ ਨਾਲ ਇਸ ਕਿਤਾਬ ਦੇ ਵਿੱਚ ਰੱਦ ਕੀਤਾ ਗਿਆ ਹੈ। ਔਰ ਮੈਂ ਹੈਰਾਨ ਸੀ ਕਿ ਵੀ ਇੱਕ ਵਿਸ਼ਾ ਕਿਤਾਬ ਦੇ ਵਿੱਚ ਹੈਗਾ ਆ ਗੁਰਮੂਰਤ ਗੁਰਸ਼ਬਦ ਹੈ ਔਰ 1962 ਦੀ ਗੱਲ ਹੈ ਤੇ ਦੱਸਦੇ ਨੇ ਵੀ ਉਦੋਂ ਤਸਵੀਰਾਂ ਦਾ ਸ਼ਾਇਦ ਇੰਨਾ ਪ੍ਰਚਲਨ ਨਹੀਂ ਸੀ। ਵੈਸੇ ਸਿੱਖ ਇਹ ਨਾ ਤਾਂ ਮੂਰਤੀ ਪੂਜਕ ਨੇ, ਨਾ ਬੁੱਤ ਪੂਜਕ ਨੇ ਤੇ ਨਾ ਹੀ ਤਸਵੀਰ ਪੂਜਕ ਨੇ, ਪਰ ਹਾਲਾਤ ਐਸੇ ਬਣ ਗਏ ਵੀ 1962 ਵਿੱਚ ਲਿਖਿਆ ਹੋਇਆ ਉਹਨਾਂ ਦਾ ਇਹ ਕਿਤਾਬ ਜਾਂ ਇਹ ਖਰੜਾ ਜਾਂ ਇਹ ਲੇਖ ਵੀ 2022 ਦੇ ਵਿੱਚ ਵੀ ਜਿਹੜਾ ਹੈ ਨਾ ਉਹ ਸਾਰਥਕ ਹੈ। ਯਾਨੀ 60-70 ਸਾਲ ਦੇ ਵਕਫੇ ਤੋਂ ਬਾਅਦ ਵੀ ਉਹ ਅੱਜ ਵੀ ਮੈਂ ਸਮਝਦਾ ਬਈ ਹਰੇਕ ਸਿੱਖ ਨੂੰ, ਹਰੇਕ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਹਰੇਕ ਸਿੱਖ ਸੰਸਥਾ ਨੂੰ, ਸਿੱਖ ਜਥੇਬੰਦੀ ਨੂੰ, ਸਿੱਖ ਸੁਸਾਇਟੀ ਨੂੰ ਜਾਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਵਾਰੀ ਨਿਰਪੱਖ ਹੋ ਕੇ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ ਵੀ ਕਿਵੇਂ ਅਸੀਂ ਗੁਰਮਤਿ ਸਿਧਾਂਤਾਂ ਦਾ ਬੇੜਾ ਗਰਕ, ਮੈਂ ਕਹੂੰ ਲਫ਼ਜ਼ ਵਰਤੂੰਗਾ, ਕਰ ਰਹੇ ਹਾਂ। ਬਈ ਤਸਵੀਰ ਗੁਰੂ ਨਹੀਂ ਸੀ। ਸਾਡੇ ਤਕਰੀਬਨ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਗੁਰੂ ਸਾਹਿਬਾਨ ਦੀਆਂ ਬਣਾਈਆਂ ਹੋਈਆਂ ਕਲਪਤ ਤਸਵੀਰਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ। ਜਦੋਂ ਗੁਰਦੁਆਰਿਆਂ ਵਿੱਚ ਲੱਗੀਆਂ ਹੋਣਗੀਆਂ, ਗੁਰਦੁਆਰੇ ਦੇ ਬਾਹਰ ਬਣੀਆਂ ਦੁਕਾਨਾਂ ਉੱਤੇ ਵਿਕਦੀਆਂ ਹੋਣਗੀਆਂ, ਉਹ ਸਿੱਖਾਂ ਦੇ ਘਰਾਂ ਵਿੱਚ ਕਿਉਂ ਨਹੀਂ ਆਉਣਗੀਆਂ? ਉਹ ਤਾਂ ਰਸਤਾ ਹੈ ਨਾ, ਗੁਰਦੁਆਰਾ ਹੀ ਤਾਂ ਰਸਤਾ ਹੈ। ਗੁਰਦੁਆਰ ਤੋਂ ਅਸੀਂ ਸਿੱਖਣਾ ਸੀ। ਉੱਥੋਂ ਕੀ ਸਿੱਖਿਆ ਕਿ ਗੁਰਮੂਰਤ ਗੁਰ ਸ਼ਬਦ ਹੈ, ਛੱਡ ਦਿਓ ਔਰ ਗੁਰੂ ਦੀ ਤਸਵੀਰ ਲੈ ਜਾਓ। ਪਰ ਗੁਰੂ ਸਾਹਿਬਾਨ ਨੇ ਆਪਣੇ ਚਿੱਤਰ ਨਹੀਂ ਸੀ ਬਣਵਾਏ, ਕੋਈ ਬੁੱਤ ਨਹੀਂ ਸੀ ਬਣਵਾਏ, ਕੁਝ ਐਸਾ ਕੋਈ ਵੀ ਇਹੋ ਜਿਹਾ ਜਿਹੜਾ ਕੰਮ ਨਹੀਂ ਸੀ ਕੀਤਾ ਕਿ ਲੋਕ ਜਿਹੜੇ ਨੇ, ਜਿਹੜੇ ਨਾਨਕ ਵਿਚਾਰਧਾਰਾ ਤੋਂ ਪਰਨਾਏ ਹੋਏ ਨੇ, ਕਿਤੇ ਵੀ ਉਹ ਟਪਲਾ ਖਾ ਜਾਣ ਤੇ ਅਸਲ ਸਿਧਾਂਤ ਨਾਲੋਂ ਥਿੜਕ ਜਾਣ ਤੇ ਤਸਵੀਰ ਪੂਜਾ ਨੂੰ ਜਿਹੜਾ ਆ ਉਹਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲੈਣ। ਇਹ ਸਤਿਗੁਰ ਸੱਚੇ ਪਾਤਸ਼ਾਹ ਕਦਾਚਿਤ ਪ੍ਰਵਾਨ ਨਹੀਂ ਸੀ ਕਰ ਸਕਦੇ। ਪਰ ਉਹ ਬੜਾ ਕਮਾਲ ਦਾ ਵਿਸ਼ਾ ਔਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਬਹੁਤ ਜ਼ਬਰਦਸਤ ਬਿਰਤਾਂਤ ਤੇ ਬਹੁਤ ਵਧੀਆ ਹਵਾਲੇ ਦੇ ਕੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਵਾਰਾਂ ਦੇ ਵਿੱਚੋਂ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਨੇ ਬਹੁਤ ਖੂਬਸੂਰਤ ਸ਼ਬਦਾਂ ਦੇ ਵਿੱਚ ਉਹ ਦੱਸਿਆ ਆ ਬਈ ਤਸਵੀਰ ਗੁਰੂ ਕਿਵੇਂ ਨਹੀਂ ਹੈ ਤੇ ਗੁਰੂ ਸ਼ਬਦ ਹੀ ਕਿਵੇਂ ਗੁਰੂ ਹੈ। ਕਿਉਂਕਿ ਤਸਵੀਰ ਤੋਂ ਕੰਮ ਚੱਲਿਆ ਸੀ ਤੇ ਅੱਜ ਫਿਰ ਉਹ ਹੌਲੀ ਹੌਲੀ, ਮੈਂ ਦੇਖ ਰਿਹਾ ਸੀ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ 10 ਬੀਬੀਆਂ ਸੀ ਜੋ ਵੈਸੇ ਜੇ ਮੈਂ ਨਿੱਜੀ ਤੌਰ 'ਤੇ ਗੱਲ ਕਰਾਂ ਮੈਨੂੰ ਨਹੀਂ ਸੀ ਲੱਗਦਾ ਵੀ ਉਹ ਸਿੱਖ ਪਰਿਵਾਰ ਨਾਲ ਸੰਬੰਧਿਤ ਹੋਣਗੀਆਂ, ਜਾਂ ਜੇ ਹੋਣਗੀਆਂ ਵੀ ਤਾਂ ਵੀ ਮਾੜੀ ਗੱਲ ਹੈ। ਔਰ ਉਹਨਾਂ ਦੇ ਸਿਰਾਂ ਦੇ ਉੱਤੇ 10 ਬੀਬੀਆਂ ਜਿਹੜੀਆਂ ਨੇ ਉਹ ਟਰੈਵਲ ਕਰ ਰਹੀਆਂ ਨੇ, ਉਹ ਪੈਦਲ ਚੱਲ ਰਹੀਆਂ ਨੇ ਔਰ ਪਹਿਲੀ ਜਿਹੜੀ ਮਾਈ ਹੈ ਉਹਦੇ ਸਿਰ ਦੇ ਉੱਤੇ ਗੁਰੂ ਨਾਨਕ ਸਾਹਿਬ ਦਾ ਕਾਫੀ ਵੱਡਾ, ਕੋਈ ਮੇਰੇ ਕੋਲ ਹੋਊਗਾ 2.5-4 ਫੁੱਟ ਦੇ, 2.5-3 ਫੁੱਟ ਦੇ ਕਰੀਬ ਦਾ ਵੱਡਾ ਬੁੱਤ ਉਹਨੇ ਸਿਰ 'ਤੇ ਚੱਕਿਆ ਹੋਇਆ ਸੀ। ਉਹਦੇ ਮਗਰ ਦੂਸਰੀ ਬੀਬੀ ਹੈ, ਉਹਨੇ ਗੁਰੂ ਅੰਗਦ ਸਾਹਿਬ ਦਾ ਬੁੱਤ ਚੁੱਕਿਆ ਆ। ਤੀਸਰੇ ਨੰਬਰ 'ਤੇ ਗੁਰੂ ਅਮਰਦਾਸ ਜੀ ਦਾ ਬੁੱਤ ਚੁੱਕਿਆ ਹੋਇਆ ਆ। ਸੋ 10 ਬੀਬੀਆਂ ਦੀ ਲਾਈਨ ਸੀ
ਔਰ 10 ਬੀਬੀਆਂ ਨੇ 10 ਗੁਰੂ ਸਾਹਿਬਾਨ ਦੇ ਬੁੱਤ ਜਿਹੜੇ ਨੇ ਉਹ ਸਿਰਾਂ ਉੱਤੇ ਰੱਖੇ ਹੋਏ ਸੀ। ਇਹ ਕਿੱਡੀ ਸਾਡੀ ਕੌਮ ਦੀ ਇੱਕ ਬਦਕਿਸਮਤੀ ਹੋ ਸਕਦੀ ਆ ਵੀ ਸਾਡੀ ਕੌਮ ਦੇ ਵਿਦਵਾਨਾਂ ਨੇ, ਅਸੀਂ ਪ੍ਰੋਫੈਸਰ ਸਾਹਿਬ ਸਿੰਘ ਦੀ ਗੱਲ ਕਰ ਰਹੇ ਹਾਂ, ਅਸੀਂ ਪਿੱਛੇ ਚੱਲ ਜਾਂਦੇ ਹਾਂ, ਜਿਹੜੇ ਤਾਂ ਗੁਰੂ ਘਰ ਵਿੱਚ ਪ੍ਰਵਾਨ ਸੀਗੇ, ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਹੜੇ ਸਾਨੂੰ ਸਮਝਾਉਂਦੇ ਨੇ ਗੁਰਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟ ਹੀ ਆਇਆ, ਅਸੀਂ ਉਹਨਾਂ ਨੂੰ ਇੱਕ ਪਾਸੇ ਰੱਖ ਕੇ ਗੁਰਮਤਿ ਸਿਧਾਂਤਾਂ ਨੂੰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਦੇ ਸਿਧਾਂਤ ਛੱਡ ਕੇ ਅਸੀਂ ਜਿਹੜਾ ਆ ਉਹ ਮੂਰਤੀ ਪੂਜਾ ਵੱਲ ਚੱਲ ਪਏ। ਸੋ ਗੁਰਬਾਣੀ ਤੇ ਇਹਦਾ ਵਿਆਕਰਣ, ਇਹਦੇ ਵਿੱਚ ਉਹਨੇ ਬੜੀ ਕਮਾਲ ਦੀ ਗੱਲ ਲਿਖੀ ਕਿ ਕਿਸੇ ਵੀ ਬੋਲੀ ਦੀ ਵਿਆਕਰਣ ਉਹਦੇ ਵਿੱਚੋਂ ਨਿਕਲਦੀ ਹੈ। ਕਹਿੰਦੇ ਮੈਂ ਸਭ ਤੋਂ ਮੈਨੂੰ ਬੜੀ ਵੱਡੀ ਸਮੱਸਿਆ ਆਈ, ਕਿਤਾਬ ਦੇ ਵਿੱਚ ਜ਼ਿਕਰ ਹੈ ਵੀ ਇੱਕ ਸ਼ਬਦ ਨੂੰ 3 ਵਾਰ ਲਿਖਿਆ ਹੋਇਆ ਹੈ। ਸੱਸਾ ਬੱਬਾ ਦੱਦਾ ਸ਼ਬਦ, ਸੱਸਾ ਬੱਬਾ ਦੱਦਾ ਦੱਦੇ ਨੂੰ ਔਂਕੜ ਸ਼ਬਦ, ਸੱਸਾ ਬੱਬਾ ਦੱਦਾ ਦੱਦੇ ਨੂੰ ਸਿਹਾਰੀ ਸ਼ਬਦ। ਇਸੇ ਤਰ੍ਹਾਂ ਇੱਕ ਜਗ੍ਹਾ ਰਾਹ ਲਿਖਿਆ ਹੈ ਰਾਰੇ ਕਰਨਾ ਹਾਹਾ ਰਾਹ, ਅੱਗੇ ਲਿਖਿਆ ਹੈ ਰਾਰੇ ਕਰਨਾ ਹਾਹੇ ਨੂੰ ਔਂਕੜ ਰਾਹ। ਇੱਦਾਂ ਕਈ ਸ਼ਬਦ ਕਹਿੰਦੇ ਜਦੋਂ ਮੇਰੀ ਉਹ ਨਜ਼ਰ ਦੇ ਵਿੱਚ ਪਏ ਤਾਂ ਮੈਨੂੰ ਅਹਿਸਾਸ ਹੋਇਆ ਵੀ ਕਿਤੇ ਤਾਂ ਕੋਈ ਗੱਲ ਹੈਗੀ ਹੈ। ਕਹਿੰਦੇ ਉੱਥੋਂ ਇੱਕ ਮੈਨੂੰ ਜਿਹੜੀ ਹੈ ਉਹ ਭਾਵਨਾ ਬਣੀ, ਇੱਕ ਮੈਨੂੰ ਖਿਆਲ ਆਇਆ ਵੀ ਇਸ ਉੱਤੇ ਸਰਚ ਕੀਤਾ ਜਾਵੇ, ਪੜ੍ਹਾਈ ਕੀਤੀ ਜਾਵੇ, ਕਿਉਂਕਿ ਇੱਕ ਤਾਂ ਹਿੰਦੂ ਪਰਿਵਾਰ ਵਿੱਚ ਜੰਮੇ ਸੀ, ਆਰੀਆ ਸਮਾਜ ਦੇ ਨਾਲ ਵੀ ਕੁਝ ਸਮਾਂ ਕੰਮ ਕੀਤਾ, ਉਹਨਾਂ ਦਾ ਪ੍ਰਭਾਵ ਵੀ ਇਹਨਾਂ ਦੇ ਉੱਤੇ ਰਿਹਾ। ਪਰ ਹੌਲੀ ਹੌਲੀ ਫਿਰ ਸਮੱਸਿਆਵਾਂ ਜਦੋਂ ਨਿੱਜੀ ਜ਼ਿੰਦਗੀ ਦੀ ਪੜ੍ਹਦੇ ਹਾਂ, ਕਹਿੰਦੇ ਮੈਂ ਨਾਮ ਜਦੋਂ ਰੱਖਿਆ, ਆਪਣਾ ਨਾਮ ਬਦਲਿਆ, ਹਿੰਦੂ ਨਾਮ ਤੋਂ ਸਿੱਖ ਨਾਮ ਰੱਖਿਆ, ਨਾਮ ਮੇਰਾ ਸਾਹਿਬ ਸਿੰਘ ਹੁੰਦਾ ਸੀ, ਮੈਂ ਰੱਖ ਲਿਆ, ਸਾਬਤ ਸੂਰਤ ਮੈਂ ਬਣ ਗਿਆ, ਦਾੜਾ ਮੇਰੇ ਪ੍ਰਕਾਸ਼ ਹੋਣ ਲੱਗ ਪਿਆ, ਅਤੇ ਮੈਨੂੰ ਸਮੱਸਿਆ ਇਹ ਆਵੇ ਵੀ ਮੈਂ ਸਾਹਿਬ ਸਿੰਘ ਨਾਲ ਲਿਖਾਵਾਂ। ਫਿਰ ਮੈਂ ਨਾਮ ਕਿੱਦਾਂ ਚੇਂਜ ਕਰਾਇਆ, ਬਦਲਵਾਇਆ ਆਪਣਾ। ਉਹ ਬੜੇ ਦਿਲਚਸਪ ਕਿੱਸੇ ਜਿਹੜੇ ਨੇ ਨਾ, ਮੇਰਾ ਜੀਵਨ ਫਲਸਫਾ, ਕੌਡੀ ਬਦਲੇ ਜਾਏ, ਇਹ ਜਿਹੜਾ ਇੱਦਾਂ ਹੈਗਾ। ਫਿਰ ਇੱਕ ਜਾਨ ਬਖਸ਼ੀ ਦੇ ਵਾਸਤੇ ਤਰਲੇ ਦੇ ਨਾਂ ਥੱਲੇ ਇੱਕ 5ਵੇਂ ਨੰਬਰ 'ਤੇ ਇੱਕ ਚੈਪਟਰ ਹੈ, ਔਰ ਉਹ ਵੀ ਜਿਹੜਾ ਹੈਗਾ ਆ ਤਕਰੀਬਨ 76 ਨੰਬਰ ਪੇਜ ਉੱਤੇ ਉਹ ਚੈਪਟਰ ਸੀ। ਔਰ ਉਹਦਾ ਮੈਨੂੰ ਵਿਸ਼ਾ ਬਹੁਤ ਹੀ ਕਮਾਲ ਦਾ ਲੱਗਾ। ਉਹਦੇ ਵਿੱਚ ਜਿਹੜਾ ਖਾਸ ਤੌਰ 'ਤੇ ਭਗਤ ਸਦਨਾ ਜੀ ਦਾ ਇੱਕ ਸ਼ਬਦ ਹੈ, ਨਿਰਪ ਕੰਨਿਆ ਕੇ ਕਾਰਨ ਹੈ ਇੱਕ ਭਇਆ ਭੇਖ ਧਾਰੀ ਕਾਮਾਰਥੀ ਸੁਆਰਥੀ ਵਾਕੀ ਪੈਜ ਸਵਾਰੀ। ਇਸ ਸ਼ਬਦ ਦੇ ਅਰਥ ਕਰਨ ਲੱਗਿਆ ਨਾ, ਸਾਡੇ ਕਥਾਕਾਰ, ਸਾਡੇ ਸਾਖੀਕਾਰ ਉਹ ਗੁਰਮਤਿ ਸਿਧਾਂਤਾਂ ਦੀਆਂ ਧੱਜੀਆਂ ਉਡਾ ਦਿੰਦੇ ਆ। ਪਰ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਇਸ ਕਿਤਾਬ ਦੇ ਰਾਹੀਂ ਉਹ ਸਾਨੂੰ ਸਹੀ ਉਹਦਾ ਜਿਹੜਾ ਆ ਦਰਸ਼ਨ ਕਰਵਾਇਆ ਕਿ ਭਗਤ ਸਦਨਾ ਜੀ ਕੀ ਕਹਿਣਾ ਚਾਹੁੰਦੇ ਸੀ। ਇਸੇ ਤਰ੍ਹਾਂ ਇਸ ਤੋਂ ਬਾਅਦ 87 ਨੰਬਰ ਦੇ ਉੱਤੇ ਜਿਹੜੇ ਆ ਭਗਤ ਕਬੀਰ ਜੀ ਦੇ ਬਾਰੇ 2 ਇਹਦੇ ਵਿੱਚ ਆਰਟੀਕਲ ਹੈਗੇ ਨੇ। ਇੱਕ ਤਾਂ ਮਾਂ ਇਤਰਾਜ਼ ਕਰਦੀ ਹੈ ਕਿ ਮੇਰੀ ਬਹੁਰੀਆ ਕੋ ਧਨੀਆ ਨਾਓ ਲੈ ਰਾਖਿਓ ਰਾਮ ਜਾਣੀਆ ਨਾਓ, ਇਨ ਮੁੰਡੀਆਂ ਮੇਰਾ ਘਰ ਤੁੰਦਰਾਵਾ ਬਿਟ ਵਹਿ ਰਾਮ ਰਮਊਆ ਲਾਵਾ ਰਹਾਓ, ਕਹਿਤ ਕਬੀਰ ਸੁਣੋ ਮੇਰੀ ਮਾਈ ਇਨ ਮੁੰਡੀਆਂ ਨੇ ਮੇਰੀ ਜਾਤ ਗਵਾਈ। ਯਾਨੀ ਕਬੀਰ ਜੀ ਦੀ ਮਾਂ ਆਪਣੀ ਨੂੰਹ ਤੋਂ ਇਤਰਾਜ਼ ਕਰਦੀ ਹੈ। ਸੋ ਇਹ ਜਿਹੜੀਆਂ ਗਲਤ ਰਵਾਇਤਾਂ, ਗਲਤ ਪਰੰਪਰਾਵਾਂ ਸਿੱਖ ਇਤਿਹਾਸ ਦੇ ਨਾਂ ਥੱਲੇ ਸਾਡੀ ਜ਼ਿੰਦਗੀ ਵਿੱਚ ਆ ਗਈਆਂ, ਉਹਨਾਂ ਨੂੰ ਇਸ ਕਿਤਾਬ ਦੇ ਵਿੱਚ ਪੂਰੀ ਤਰ੍ਹਾਂ ਰੱਦ ਕੀਤਾ ਹੋਇਆ ਹੈ। ਛੋਟੇ ਆਕਾਰ ਦੀ ਕਿਤਾਬ ਹੈ, ਬੜੀ ਹੈਂਡੀ ਜਿਹੀ ਕਿਤਾਬ ਹੈਗੀ। ਇੱਕ ਤਾਂ ਆਮ ਕਿਤਾਬ ਦੇ ਨਾਲੋਂ ਸਾਈਜ਼ ਛੋਟਾ ਆ, ਤਕਰੀਬਨ 128 ਪੰਨੇ। ਸਿੰਘ ਬ੍ਰਦਰਸ ਅੰਮ੍ਰਿਤਸਰ ਵੱਲੋਂ ਕਿਤਾਬ ਛਾਪੀ ਗਈ ਹੈ। ਸੋ ਮੈਂ ਇਹ ਜ਼ਰੂਰ ਰਿਕਮੈਂਡ ਕਰਾਂਗਾ ਆਪਣੇ ਦਰਸ਼ਕਾਂ ਨੂੰ ਜਿਹੜੇ ਸਾਡੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਕਿ ਕਿਤਾਬਾਂ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਅਹਿਮ ਸਰਮਾਇਆ ਹੁੰਦੀਆਂ ਨੇ। ਕਿਤਾਬਾਂ ਦੇ ਨਾਲ ਜ਼ਰੂਰ ਜੁੜਿਆ ਕਰੋ। ਆਪਣੇ ਇਤਿਹਾਸ, ਆਪਣੀ ਵਿਰਾਸਤ, ਆਪਣੇ ਸੱਭਿਆਚਾਰ ਔਰ ਦੀਨ ਦੁਨੀਆ ਬਾਰੇ ਬਹੁਤ ਕੁਝ ਸਾਨੂੰ ਕਿਤਾਬਾਂ ਦੇ ਵਿੱਚੋਂ ਸਿੱਖਣ ਨੂੰ ਮਿਲਦਾ ਆ, ਅਤੇ ਬੜਾ ਅਥੈਂਟਿਕ ਉਹ ਹੁੰਦਾ ਆ, ਅਤੇ ਰੈਫਰੈਂਸਿਸ ਦੇ ਨਾਲ ਗੱਲ ਕੀਤੀ ਹੁੰਦੀ ਹੈ। ਸੋ ਇਹ ਸਿੱਖ ਪਰਿਵਾਰਾਂ ਨੂੰ ਜਾਂ ਸਿੱਖ ਸਮਾਜ ਨੂੰ ਤਾਂ ਘੱਟੋ ਘੱਟ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ, ਤਾਂ ਕਿ ਉਹ ਸਹੀ ਜੋ ਗੁਰਮਤਿ ਦਾ ਸਿਧਾਂਤ ਸੀ, ਜੋ ਨਾਨਕ ਦੀ ਵਿਚਾਰਧਾਰਾ ਸੀ, ਉਹਨਾਂ ਨੂੰ ਸਮਝਣ ਦੇ ਵਿੱਚ, ਅਤੇ ਭਾਈ ਗੁਰਦਾਸ ਜੀ ਦਾ ਜਿਹੜਾ ਚਰਿੱਤਰ ਸੀਗਾ ਉਹਦੇ ਉੱਤੇ ਜਿਹੜੀਆਂ ਤੁਹਮਤਾਂ ਲੱਗ ਰਹੀਆਂ ਨੇ ਜਾਂ ਉਹ ਲਾਈਆਂ ਜਾ ਰਹੀਆਂ ਨੇ ਸਾਖੀਕਾਰਾਂ ਵੱਲੋਂ ਜਾਂ ਇਤਿਹਾਸਕਾਰਾਂ ਵੱਲੋਂ, ਉਹ ਕਿਵੇਂ ਸਾਨੂੰ ਉਹ ਸੱਚ ਦਾ ਗਿਆਨ ਹੁੰਦਾ ਆ, ਉਹ ਕਿਵੇਂ ਸੱਚ ਦਾ ਜਿਹੜਾ ਆ ਉਹ ਪਰਦਾ ਜਿਹੜਾ ਆ ਝੂਠ ਦਾ ਪਰਦਾ ਡਿੱਗਦਾ ਆ ਅਤੇ ਸੱਚ ਸਾਡੇ ਸਾਹਮਣੇ ਆਉਂਦਾ ਆ। ਉਹ ਕਿਤਾਬ ਪੜ੍ਹਿਆ ਹੀ ਪਤਾ ਲੱਗਦਾ ਆ। ਦੇਖੋ ਭਾਈ ਗਿਆਨ ਕੀ ਆਈ ਆਂਧੀ ਸਭੇ ਉਡਾਣੀ ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂਧੀ। ਸੋ ਉਮੀਦ ਕਰਦਾ ਜੀ ਅੱਜ ਕਿਤਾਬ ਸਿੱਖ ਸਿਦਕ ਨਹਾਰੇ ਲੇਖਕ ਪ੍ਰੋਫੈਸਰ ਸਾਹਿਬ ਸਿੰਘ ਢਿੱਲਟ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ। ਸੋ ਮਿਲਦੇ ਹਾਂ ਜੀ ਅਗਲੇ ਹਫਤੇ ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਨਵੀਂ ਕਿਤਾਬ ਦੇ ਨਾਲ, ਅਤੇ ਜ਼ਿਕਰ ਕਰਾਂਗੇ ਉਸ ਕਿਤਾਬ ਦੇ ਵਿਸ਼ਾ ਵਸਤੂ ਦੇ ਬਾਰੇ ਅਤੇ ਹੋਰ ਅਹਿਮ ਜਾਣਕਾਰੀ ਸੰਬੰਧਿਤ ਕਿਤਾਬ ਦੇ ਬਾਰੇ ਲੈ ਕੇ ਆਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।